ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਹਫ਼ਤੇ ਵਿੱਚ ਜਿਹੜੇ ਵੀ ਕਾਰਜ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਹੜੇ ਕਾਰਜ ਕੀਤੇ ਗਏ, ਪੂਰੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇੱਕ ਮੈਂਬਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੰਗਤ ਦੇ ਨਾਲ ਰੂਬਰੂ ਹੋਵੇ। ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਹਨਾਂ ਨੇ ਸੰਗਤਾਂ ਦੇ ਅੱਗੇ ਆਪਣੇ ਵਿਚਾਰ ਪੇਸ਼ ਕੀਤੇ। ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਲੋਕਾਂ ਦੇ ਨਾਂ ਵੀ ਸੰਗਤ ਦੇ ਨਾਲ ਸਾਂਝੇ ਕੀਤੇ ਜਿਨ੍ਹਾਂ ਨੇ ਦੂਰੋਂ ਹੀ ਬੈਠ ਕੇ ਆਪਣੀ ਸੇਵਾ ਨਿਭਾਈ ਹੈ। ਹਰ ਸਿੱਖ ਜਿਹੜਾ ਏ ਜਦੋਂ ਵੀ ਜਿੱਥੇ ਵੀ ਅਰਦਾਸ ਕਰਦਾ ਏ ਸਰਬੱਤ ਦੇ ਭਲੇ ਦੀ ਕਰਦਾ ਏ। ਔਰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਲ ਕਰੀਏ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਛੋਹ ਸਥਾਨ, ਜਿੱਥੋਂ ਪਹਿਲਾਂ ਵੀ ਮਾਨਵਤਾ ਨੂੰ ਇੱਕ ਬਹੁਤ ਵੱਡੀ ਮਹਾਮਾਰੀ ਤੋਂ ਸੱਚੇ ਪਿਤਾ ਪਰਮੇਸ਼ਵਰ ਨੇ ਆਪ ਹੱਥ ਦੇ ਕੇ ਰੱਖਿਆ ਸੀ। ਖਾਲਸਾ ਜੀ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਗੁਰਦੁਆਰਾ ਬੰਗਲਾ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਔਰ ਗੁਰਦੁਆਰਾ ਨਾਨਕ ਪਿਓ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ ਔਰ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਨਿਰੰਤਰ ਮਾਨਵਤਾ ਦੀ ਸੇਵਾ ਦੇ ਅੰਦਰ ਜੁੜੀ ਸੀ, ਉੱਥੇ ਹੀ ਇਹ ਲਗਾਤਾਰ ਮਾਨਵਤਾ ਦੀਆਂ ਮਹਾਨ ਸੇਵਾਵਾਂ ਉਹਨਾਂ ਲੋਕਾਂ ਤੱਕ ਅੰਨ ਪਹੁੰਚਾਉਣ ਦੀਆਂ, ਉਹਨਾਂ ਲੋਕਾਂ ਤੱਕ ਲੰਗਰ ਪਹੁੰਚਾਉਣ ਦੀਆਂ, ਜਿਹੜੇ ਅੱਜ ਤਰਾਈ ਕਰ ਰਹੇ ਭੁੱਖ ਨੂੰ, ਉਹ ਸੇਵਾਵਾਂ ਨਿਰੰਤਰ ਚੱਲ ਰਹੀਆਂ ਨੇ। ਗੁਰੂ ਸਾਹਿਬ ਦੀ ਰਹਿਮਤ ਔਰ ਬਖਸ਼ਿਸ਼ ਆਪਣੇ ਸਿੱਖਾਂ ਤੇ। ਮੈਂ ਪਹਿਲਾਂ ਵੀ ਕਿਹਾ ਸੀ, ਇਹ ਸਾਰੀਆਂ ਸੇਵਾਵਾਂ ਆਪ ਸੰਗਤ ਦੇ ਜੋ ਲੰਗਰਾਂ ਵਾਸਤੇ ਸੇਵਾ ਭੇਜ ਰਹੇ ਜੀ ਉਹਨਾਂ ਸਦਕੇ ਹੀ ਚੱਲ ਰਹੀਆਂ ਨੇ। ਅੱਜ ਦੇਸ਼ ਦੇ ਇੱਕ ਬਹੁਤ ਵੱਡੇ ਵਕੀਲ ਰਾਜੀਵ ਨਈਅਰ, ਜਿਹੜੇ ਕੁਲਦੀਪ ਨਈਅਰ ਇੱਕ ਬਹੁਤ ਵੱਡੇ ਲਿਖਾਰੀ ਵੀ ਹੋਏ ਨੇ ਔਰ ਇੱਕ ਬਹੁਤ ਵੱਡੇ ਡਿਪਲੋਮੈਟ ਵੀ ਰਹੇ ਨੇ, ਜਿਨ੍ਹਾਂ ਨੇ ਸਿੱਖ ਕੌਮ ਦੀ ਹਮੇਸ਼ਾ ਹੀ ਸੇਵਾ ਕੀਤੀ। ਔਰ ਵਿਸ਼ੇਸ਼ ਤੌਰ ਤੇ 1984 ਦੇ ਅੰਦਰ ਜੋ ਉਹਨਾਂ ਨੇ ਸਾਡੀ ਲੜਾਈ ਲੜੀ, ਅੱਜ ਉਹ ਇਸ ਦੁਨੀਆ 'ਚ ਨਹੀਂ, ਪਰ ਉਹਨਾਂ ਦੇ ਬੇਟੇ ਰਾਜੀਵ ਨਈਅਰ ਨੇ, ਜਿੱਥੇ ਇਹ ਲੰਗਰਾਂ ਦੀ ਸੇਵਾ ਚੱਲ ਰਹੀ ਆ, ਉਹਦੇ ਵਾਸਤੇ ਆਪਣੇ ਵੱਲੋਂ 25 ਲੱਖ ਰੁਪਇਆ ਗੁਰੂ ਚਰਨਾਂ 'ਚ ਭੇਂਟ ਕੀਤਾ। ਉੱਥੇ ਹੀ ਮੈਨੂੰ ਫੋਨ ਕਰਕੇ ਕਿਹਾ ਕਿ ਮੇਰੇ ਵੱਲੋਂ ਸਾਰੀ ਸਿੱਖ ਸੰਗਤ ਦਾ ਧੰਨਵਾਦ ਕਰਿਓ ਜੀ, ਕਿਉਂਕਿ ਮੇਰੇ ਪਿਤਾ ਜੀ ਵੀ ਹਮੇਸ਼ਾ ਇੱਕ ਗੱਲ ਕਹਿੰਦੇ ਸੀ ਵੀ ਇਹ ਬਹੁਤ ਘੱਟ ਗਿਣਤੀ 'ਚ ਨੇ, ਪਰ ਜੋ ਦਰਿਆ ਦਿਲੀ, ਜੋ ਮਾਨਵਤਾ ਦੀ ਸੇਵਾ ਕਰਨ ਦੀ ਭਾਵਨਾ ਔਰ ਜੋ ਆਪਣੇ ਗੁਰੂ ਤੋਂ ਦਿੱਤਾ ਹੋਇਆ ਭਾਵ ਤੇ ਪਹਿਰਾ ਦਿੰਦੇ ਹੋਏ ਇਹ ਸਿੱਖ ਕੌਮ ਜਿਹੜੀ ਆ ਇਹ ਮਾਨਵਤਾ ਦੀ ਸੇਵਾ ਕਰ ਸਕਦੀ, ਕੋਈ ਹੋਰ ਕਰ ਨਹੀਂ ਸਕਦਾ। ਇਹ ਮੇਰੇ ਪਿਤਾ ਜੀ ਦੇ ਭਾਵ ਸੀ। ਔਰ ਮੈਂ ਵੀ ਅੱਜ ਇਹ ਮਹਿਸੂਸ ਕਰਦਾ ਹਾਂ ਕਿ ਜੇਕਰ ਅਸੀਂ ਵੀ ਕੋਈ ਮਾਨਵਤਾ ਦੀ ਸੇਵਾ ਵਾਸਤੇ ਕਿਸੇ ਹਿੱਸਾ ਪਾਉਣਾ ਹੋਵੇ ਤੇ ਗੁਰਦੁਆਰਾ ਸਾਹਿਬ ਤੋਂ ਵੱਡੀ ਕੋਈ ਸੱਚੀ ਤੇ ਸੁੱਚੀ ਜਗ੍ਹਾ ਨਹੀਂ ਹੋ ਸਕਦੀ। ਔਰ ਮੈਂ ਆਪ ਹੀ ਨਹੀਂ, ਬਲਕਿ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਹ ਕਿਹਾ ਕਿ ਅੱਜ ਜਦੋਂ ਸਰਕਾਰਾਂ ਦੇ ਵੀ ਹੱਥ ਖੜੇ ਹੋ ਗਏ, ਵੱਡੇ ਅਹਿਲਕਾਰਾਂ ਦੇ ਵੀ ਹੱਥ ਖੜੇ ਹੋ ਗਏ, ਸ਼ਾਹੂਕਾਰਾਂ ਦੇ ਵੀ ਹੱਥ ਖੜੇ ਹੋ ਗਏ, ਜੇ ਇੱਕ ਮਾਨਵਤਾ ਦੀ ਅੱਜ ਵੀ ਕੋਈ ਸੇਵਾ ਕਰ ਰਿਹਾ ਏ ਤੇ ਉਹ ਸਿੱਖ ਆ ਜਿਹਦੇ ਸਿਰ ਤੇ ਦਸਤਾਰ ਆ। ਇਸ ਕਰਕੇ ਮੈਂ ਆਪਣੇ ਦੋਸਤਾਂ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਵੀ ਅੱਗੇ ਆਓ ਤੇ ਸਿੱਖਾਂ ਦੇ ਇਹਨਾਂ ਮਾਨਵਤਾ ਦੀਆਂ ਸੇਵਾਵਾਂ ਵਾਸਤੇ ਤੁਸੀਂ ਵੀ ਆਪਣੀ ਸੇਵਾ 'ਚ ਹਿੱਸਾ ਪਾਓ। ਖਾਲਸਾ ਜੀ, ਜਿੱਥੇ ਲੰਗਰਾਂ ਦੀ ਸੇਵਾ ਨਿਰੰਤਰ ਚੱਲ ਰਹੀ ਆ, ਉੱਥੇ ਹੀ ਸਿੱਖ ਸੰਗਤਾਂ ਦੇ ਸੁਝਾਅ ਦੇ ਚੱਲਦੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਫੈਸਲਾ ਕੀਤਾ ਕਿ ਜਿਹੜੇ ਗੁਰੂ ਘਰਾਂ ਦੇ ਇੰਸਟੀਚਿਊਟਸ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ, ਜਾਂ ਜਿਹੜੇ ਹਾਲ ਨੇ ਜਾਂ ਜਿਹੜੀਆਂ ਸਰਾਵਾਂ ਨੇ, ਉਹਨਾਂ ਦੇ ਅੰਦਰ ਜਿਹੜੇ ਸਾਡੇ ਪਰਿਵਾਰ ਨੇ ਅੱਜ ਹਸਪਤਾਲਾਂ 'ਚ ਬੈੱਡ ਨਾ ਮਿਲਣ ਕਰਕੇ ਬਹੁਤ ਖੱਜਲ ਖੁਆਰ ਹੋ ਰਹੇ ਨੇ, ਕਿਉਂਕਿ ਜਿਹੜਾ ਇਨਸਾਨ ਜਿਸ ਤੇ ਬੀਤਦੀ ਆ ਇਹ ਦਰਦ ਕੇਵਲ ਉਹੀ ਜਾਣਦਾ ਏ। ਔਰ ਕਿਉਂਕਿ ਸਾਡੇ ਸੰਪਰਕ 'ਚ ਰਹਿੰਦੇ ਨੇ, ਸਵੇਰ ਤੋਂ ਲੈ ਕੇ ਰਾਤ ਤੱਕ ਬਸ ਇਹੀ ਕੰਮ ਚੱਲਦਾ ਏ, ਕਿਸੇ ਨੂੰ ਬੈੱਡ ਨਹੀਂ ਮਿਲ ਰਿਹਾ, ਕਿਸੇ ਦੇ ਇਲਾਜ ਦੀ ਦਿੱਕਤ ਆ, ਕਿਉਂਕਿ ਬਿਮਾਰੀ ਇੰਨੀ ਤੇਜ਼ੀ ਨਾਲ ਫੈਲ ਰਹੀ ਆ। 40,000 ਤੋਂ ਕਾਫੀ ਅੱਗੇ ਆંકੜਾ ਪਹੁੰਚ ਚੁੱਕਿਆ ਹੈ। ਔਰ ਕੋਈ ਵੀ
इस चीज़ वास्ते तैयार नहीं सी। इस करके दिल्ली सिख गुरुद्वारा मैनेजमेंट कमेटी ने फैसला किया अपने परिवारों वास्ते 850 बैड का कोविड केयर सेंटर असी बनाउण दा एक सुझाव दिल्ली सरकार तो दिता है कि सानू इसकी इजाजत दी जाए। ये कोविड सेंटर अंदर ऑक्सीजन भी, दवाइयाँ भी और खाण पीण का इंतजाम भी दिल्ली सिख गुरुद्वारा मैनेजमेंट कमेटी करूगी। ये 850 बैड जोड़े ने ये दिल्ली के सारे कोनिया छोड़े, वैस्ट दिल्ली च भी, नॉर्थ दिल्ली च भी, सेंटर दिल्ली च भी, ईस्ट दिल्ली च भी और साउथ दिल्ली च भी। ये नाल अज 850 बैड तो अगे भी जरूरत पऊगी तो उसनों अगे भी होर वधाउण दे वास्ते भी दिल्ली सिख गुरुद्वारा मैनेजमेंट कमेटी किसी तरीके की इंतजार नहीं करू, परमात्मा लोड़ ना पावे। मैं दिल्ली सिख गुरुद्वारा मैनेजमेंट कमेटी वालों दिल्ली के मुख मंत्री जी को लिख के भेजा। दिल्ली के मुख सकत्तर साहब नाल मेरी गल हुई, उन्होंने मैनू जवाब दिता और उन्होंने कहा कि वह हैल्थ सैकटरी को कह दिता है और जल्दी ही ये सारिया परमिशनां वास्ते वो फॉलो अप कर रहे हैं। आम आदमी पार्टी के सांसद संजय सिंह जी ने भी मैनू भरोसा दवाया कि असी इस पर कार्रवाई करते पे हैं और अज भी मेरी लगातार उन्होंने गल हो रही है। अज भी उन्होंने गल हुई तो उन्होंने मैनू कहा कि मैं लगा होया है और मेरे तो उन्होंने सुझाव पूछा कि जेकर नर्सां का इंतजाम ना हो, मैं उन्होंने ये भी कहा कि क्योंकि सरकार के कोल नर्सां जल्दी आ जाएगियां, सानू कोई इतराज़ नहीं, असी तो गुरु घर के सेवादार हाँ, सानू नर्सां की सेवा लाओगे असी वो भी करांगे, अपने हत्थें भी सेवा करने को तैयार हाँ। पर क्योंकि सरकार के कोल कोई भी साधन ज़्यादा होंगे ने तो नर्स डॉक्टर जोड़े आ जरूर प्रोवाइड करन, उन्होंने मैनू आश्वासन दिता है। गुरु प्यारी संगत जी, आप जी ने हमेशा ही दिल्ली सिख गुरुद्वारा मैनेजमेंट कमेटी का बहुत बड़ा सहयोग किया है। ये सेवावां आप दे सहयोग तो बिना संभव ही नहीं कदी हो सकदियां सी। आप जी ने वड्डियां सेवावां 'च हिस्सा पाया, गुरु साहब ने अपने सेवकों ते रहमत की, उन्हां दे मन के अंदर ये भावना, ये फुरना उन्हां दे मन च पाया और संगतां ने आके अपनी दसवंध रूपी और कईयां ने दसवंध तो भी बहुत ज़्यादा सेवावां 'च हिस्सा पा के इन्हां महान सेवावां नूं कामयाब किया। सो गुरु प्यारी संगत जी, मैं आप जी के चरणों च जिवें पहला भी निमरता सहित बेनती करदा आया, गुरुद्वारा कमेटी के प्रबंध बहुत वड्डे ने। इत्थे गुरु के वजीर 2500 साडे सेवादार साहिबान, लांगरी साहिबान, पाठी साहिबान, कीर्तनीय साहिबान, हैड ग्रंथी साहिबान और उस दे नाल वड्डा एक दिल्ली गुरुद्वारा मैनेजमेंट कमेटी के गुरु घरां की सेवा संभालिया। और ये अजकल क्योंकि संगत ना मात्र आ पा रही आ, ये सारिया सेवावां आप दे किरपा सदके ही संभव हो सकदियां ने। सो आप जी अपनी वध तो वध इन्हां दे अंदर सहयोग पाओ ताकि ये सेवावां निरंतर चलदियां रहन। और जिस तरीके मैं तुहानूं विश्वास दिवाउणा है, जिस तरीके आप जी द्वारा दित्तियां महान गुरु घर दियां लंगर दियां सेवावां दी पूरी दुनिया के अंदर वडियाई हुई, सिखां दी वडियाई हुई, जो सिखां ने पूरी दुनिया के अंदर सेवा की, दिल्ली सिख गुरुद्वारा मैनेजमेंट कमेटी अपने परिवारों के सहयोग सदके, गुरु सिखां के सहयोग सदके, गुरु नानक नाम लेवा संगत के सहयोग सदके कोविड की इस महामारी के दौरान उन्होंने दे इलाज वास्ते भी ऐसी सेवावां करने के यतन करूगी, जिसकी सराहना और गुरु साहब का आशीर्वाद संगतां नूं मिलता रहे। मैं आप जी का जिथे धन्यवाद करदा है, जिथे मैं राजीव नैयर जी का धन्यवाद करदा है, मैं उत्थे बाकी उन्होंने परिवारों का भी धन्यवाद करदा। नाम तो थोड़े लए जाते हैं पर लैने इस वास्ते भी जरूरी होंगे ने जिन्हों ने अपनी भावना करके मन करके अपने वालों उन्होंने परिवारों की चिंता की, जेडे सड़कों पर भुखे बैठे ने। अज मैनू एक वीर का फोन आया कि जी चर्च के बाहर सैकड़ियां लोग बैठे ने और उत्थे रोटी खाण नूं नहीं हैगी। हुण तुसीं देखो, बंदा फोन कर रहा है कि चर्च के बाहर, मैं किसी धर्म स्थान के ना मैं भावना के खिलाफ हाँ, पर मैं तुहानूं जो असलीयत है वो जानकारी दे रहा है भी चर्च के बाहर बैठे ने पर खाण नूं कुछ नहीं हैगा। क्योंकि जेकर गुरुद्वारा साहब के बाहर होंदे तो कभी किसी को फोन नहीं किसी को करना सी भी गुरुद्वारे के बाहर बैठे तो खाण नूं कुछ नहीं। पता ही आ कि जे गुरु घर आ तो फिर गुरु का लंगर भी हैगा, गुरु की सेवा भी हैगी और गुरु के सेवादार भी हैगे ने। ये कारण आ कि भावें वो किसी धार्मिक स्थान के बाहर बैठा होवे, चिंता सिखां नूं हुंदी आ भी गुरुद्वारा इनू लंगर देवे, ये भुखा ना किते सौ जावे। सो मैं उन्होंने परिवारों का जिथे धन्यवाद करदा। सरदार अमन जी हरजोत चट्ठा जी वालों 25,000 रुपये की सेवा भेजी गई। गगन जी, सरदार गगन जी गुररीन गरेवाल जी वालों 25,000 रुपया, सरविंदर कौर जी वालों 1,01,000 रुपया, प्रीतम कौर जी वालों 70,000 रुपया। इस तरीके सरदार सरबजीत सिंह जी वालों 50,000 रुपया, सरदार सुखदेव सिंह जी टुरना वालों 51,000 रुपया, सीमा टुटेजा जी वालों 11,000 रुपया, सतवंत कौर जी अमरजीत सिंह जी वालों 51,000 रुपया, अरुणदीप गुप्ता जी वालों 50,000 रुपया, सरदार सेवा सिंह जी फैमिली USA वालों 1,263 रुपये,
ਸਰਦਾਰ ਬਹਾਦਰ ਸਿੰਘ ਜੀ USA ਵੱਲੋਂ 51,000 ਰੁਪਇਆ, ਸਰਦਾਰ ਨਿਰਮਲ ਸਿੰਘ ਜੀ ਤੋਂ USA ਤੋਂ 50,000 ਰੁਪਇਆ, ਸਰਦਾਰ ਹਰਵਿੰਦਰ ਕੌਰ ਦਿਲਾਵਰੀ ਜੀ USA ਤੋਂ 2 ਲੱਖ ਰੁਪਇਆ, ਸਰਦਾਰ ਗੁਰਮੀਤ ਸਿੰਘ ਧਾਲੀਵਾਲ ਜੀ ਕੈਨੇਡਾ ਤੋਂ 1,08,000 ਰੁਪਇਆ, ਬਲਪ੍ਰੀਤ ਕੌਰ ਜੀ ਗਰੇਵਾਲ ਵਿਰਕ USA ਤੋਂ 76,000 ਰੁਪਇਆ, ਸਰਦਾਰ ਹਰਜੀਤ ਸਿੰਘ ਜੀ ਸ਼ੇਖੋਂ ਕੈਨੇਡਾ ਤੋਂ 54,000 ਰੁਪਇਆ, ਸਰਦਾਰ ਅਵਤਾਰ ਸਿੰਘ ਜੀ USA ਤੋਂ 76,000 ਰੁਪਇਆ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਆਪ ਨੇ ਹੀ ਅੱਗੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਣੀ ਦਸਵੰਧ ਰੂਪੀ ਮਾਇਆ ਭੇਜ ਕੇ ਇਹਨਾਂ ਮਹਾਨ ਸੇਵਾਵਾਂ ਦੇ ਅੰਦਰ ਆਪਣਾ ਯੋਗਦਾਨ ਪਾਇਆ। ਗੁਰੂ ਸਾਹਿਬ ਆਪਣੇ ਤੇ ਆਪ ਜੀ ਤੇ ਸਾਰਿਆਂ ਤੇ ਔਰ ਸਾਡੇ ਸਾਰਿਆਂ ਤੇ ਇਸੇ ਤਰ੍ਹਾਂ ਮਿਹਰਬਾਨ ਹੋਣ। ਜਿੱਥੇ ਤੁਸੀਂ ਆਪਣੇ ਪਰਿਵਾਰ ਦੀ ਅਰਦਾਸ ਕਰਦੇ ਜੇ, ਉੱਥੇ ਅਰਦਾਸ ਕਰਿਓ ਜੇ ਗੁਰੂ ਘਰ ਦੇ ਉਹਨਾਂ ਕੀਰਤਨੀਆਂ ਦੀ, ਗੁਰੂ ਘਰ ਦੇ ਉਹਨਾਂ ਲਾਂਗਰੀਆਂ ਦੀ, ਗੁਰੂ ਘਰ ਦੇ ਉਹਨਾਂ ਸੇਵਾਦਾਰਾਂ ਦੀ, ਜਿਹੜੇ ਨਿਰੰਤਰ ਆਪਣੇ ਪਰਿਵਾਰ ਦੇ ਵਿੱਚ ਰਹਿਣ ਦੇ ਬਾਵਜੂਦ ਆਪਣੇ ਗੁਰੂ ਦੇ ਪ੍ਰਤੀ ਸਮਰਪਿਤ ਹੋ ਕੇ ਉਹਨਾਂ ਮਹਾਨ ਸੇਵਾਵਾਂ ਵਾਸਤੇ ਕਦੀ ਇੱਕ ਪਲ ਵੀ ਉਹਨਾਂ ਨੇ ਪਿੱਠ ਨਹੀਂ ਦਿਖਾਈ। ਐਸੇ ਗੁਰੂ ਦੇ ਸਿੱਖਾਂ ਵਾਸਤੇ ਤੁਸੀਂ ਵੀ ਅਰਦਾਸ ਕਰਿਓ ਜੀ, ਤੇ ਅਸੀਂ ਵੀ ਅਰਦਾਸ ਕਰਦੇ ਪ੍ਰਮਾਤਮਾ ਇਹਨਾਂ ਸਾਡੇ ਸਾਰੇ ਮਹਾਨ ਸੇਵਾਦਾਰਾਂ ਨੂੰ ਬਲ ਬਖਸ਼ੇ, ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਸੇਵਾ ਰਹੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ब्रेक तो बाद आप सारे दर्शकों का स्वागत है। बीते दिनी दिल्ली से गुरुद्वारा मैनेजमेंट कमेटी के प्रधान मनजिंदर सिंह सिरसा अपने फेसबुक ते लाइव होए, जिथे उन्होंने दसिया सानू इस महामारी तो लड़न लई हर किसी की मदद करनी चाहिए है। नाल ही दिल्ली से गुरुद्वारा मैनेजमेंट कमेटी के प्रधान मनजिंदर सिंह सिरसा ने यह भी गल आखी कि सानू कोशिश करनी चाहिए है कि हरेक किसी की मदद करने लई असी नाल उसदे खड़े होईए। दिल्ली सिख गुरुद्वारा मैनेजमेंट कमेटी के प्रधान मनजिंदर सिंह सिरसा ने अपने विचारों के विच यह भी गल आखी कि सानू साडे कोल जिहड़े हॉल पए ने उन्हां नूं असीं कोविड केयर सेंटर बनावांगे, जिस दे लई असीं सरकार दे नाल राबता कायम कर रहे हां ते इन्हां हॉल्स दे विच असीं ऑक्सीजन दे भी प्रबंध करांगे। वाहिगुरू जी का खालसा, वाहिगुरू जी की फतेह। दिल्ली के हालातों तो तुसीं सारे ही जाणू जे किस तरीके नाल हालात इस महामारी के दौरान वर्स्ट हुंदे जा रहे ने। सड़कों के उत्ते लोग चीख चिगाड़े मारन तक आ गए ने, क्योंकि परिवारों के जीआं नूं कोई हॉस्पिटल ले जाण नहीं वाला, हॉस्पिटलों च ट्रीटमेंट नहीं हो पा रहा, क्योंकि महामारी इन्नी वधदी जा रही है, नंबर ही इन्ने वधदे जा रहे हैं। और मैं भी पिछले 4-5 दिन लगातार बस सवेर तो लैके रात तक यही काम कर पा रहे हैं। कदी किसी दे हॉस्पिटल च बैड नहीं मिल रहा, किसी नूं घरों को लैण नहीं आ रहा डॉक्टर या एंबूलेंस, किसी की डेथ हो रही उसकी बॉडी नहीं मिलती पई, और किसी का संस्कार नहीं हो पा रहा। ये एक बहुत ही दर्दनाक हादसा है जो दिल्ली के अंदर कहर वरप रहा है। और असी सारे हुण इस सिस्टम च सानू इस सिस्टम च जीना भी है और लड़ना भी है और अपने काम भी करने ने। सब तो पहला तो मैं बेनती करना चाहना है, जिहड़े लोग अपने घरां च रह सकते हैं, जिहड़े कामां तो बजाए बाजारां च घुम्मण दे या कोई जिहड़ी चीज़ तो बिना अपना काम सरदा है, आपां नूं सहारना चाहिए। एक गल दूजी बेनती है कि एक बहुत अच्छा सुझाव सोशल मीडिया ते फ्लोट हो रहा है, और मैं उसते अगे भी पहला दस्सिया सी कि आपां नूं इस महामारी दौरान जो हालात विगड़ रहे हैं, इहदे वास्ते गुरुद्वारा साहिबाना दे अंदर कोविड-19 दे जो एक सेंटर बनाए जाण, जिन्हां दे अंदर कोविड के पेशेंट्स नूं ऑक्सीजन देण दा प्रोविजन होवे। मैं अपनी अगे भी गल दई सी, मैं तुहानूं बड़ी जरूरी जानकारी देना चाहुंदा। मैं चाहना है कि इसनूं शेयर भी किया जाए और जिहड़ा साडे च हैल्प कर सकदे ने अगे वधण। एक तो ये बहुत अच्छा एक उपराला होगा जिहदे ते असीं ऑलरेडी काम कर रहे हैं। इनिशियली सानूं दिल्ली सरकार ने मना कर दिता सीगा, असीं बाला साहब हॉस्पिटल वास्ते उन्हां तों मंग कीती सीगी कि सानूं इत्थे अलाउ किया जाए। कोविड-19 उन्होंने कहा कि नहीं कर सकते, क्योंकि एक तो गुरुद्वारा साहब आ, दूजा इत्थे रेजिडेंशियल क्वार्टरस बने हुए ने, तुसीं इत्थे नहीं बना सकते। ਅਸੀਂ ਦੁਬਾਰਾ ਤੁਹਾਨੂੰ ਲਿਖਿਆ, ਅਸੀਂ ਹੋਰ ਵੀ 2-3 ਆਲਟਰਨੇਟਿਵਸ ਉਹਨਾਂ ਨੂੰ ਦਿੱਤੇ ਨੇ ਕਿ ਕੋਵਿਡ ਕੇਅਰ ਸੈਂਟਰ ਅਸੀਂ ਬਣਾਉਣਾ ਚਾਹੁੰਦੇ ਹਾਂ, ਜਿੱਥੇ ਪੇਸ਼ੈਂਟਸ ਨੂੰ ਆਕਸੀਜਨ ਦਿੱਤੀ ਜਾਵੇ ਔਰ ਉਸ ਤੋਂ ਜਿਹਨੂੰ ਲੋੜ ਆ ਉੱਥੇ ਆ ਕੇ ਉਹਨਾਂ ਦੀ ਕੇਅਰਿੰਗ ਕੀਤੀ ਜਾਵੇ। ਪਰ ਮੈਂ ਸੰਗਤ ਨੂੰ 2 ਗੱਲਾਂ ਦੱਸਣਾ ਜ਼ਰੂਰੀ ਹੈ ਇਹਦੇ ਅੰਦਰ। ਇੱਕ, ਇਹ ਸੈਂਟਰ ਤਾਂ ਬਣ ਸਕਦੇ ਆ ਜੇ ਨਾਲ ਗਵਰਨਮੈਂਟ ਤੁਹਾਡੀ ਸਪੋਰਟ 'ਚ ਹੋਵੇ, ਤਾਂ ਕਿ ਜਦੋਂ ਫਿਰ ਇੱਥੋਂ ਕਿਸੇ ਨੂੰ ਲੋੜ ਪਵੇ, ਆਕਸੀਜਨ ਤੋਂ ਅਗਲੇ ਸਟੈਪ ਦੀ ਲੋੜ ਪਵੇ, ਤੇ ਤੁਰੰਤ ਉਸ ਨੂੰ ਉਸ ਕੰਸਰਨਡ ਹਸਪੀਟਲ 'ਚ ਪਹੁੰਚਾ ਦਿੱਤਾ ਜਾਵੇ ਜਿਹੜਾ ਉਹਦੇ ਨਾਲ ਟਾਈ ਅਪ ਕੀਤਾ ਹੋਵੇ। ਸੋ ਇਸ ਕਰਕੇ ਸਰਕਾਰ ਤੋਂ ਬਿਨਾਂ ਇਹ ਅਸੰਭਵ ਆ ਕੰਮ ਕਰਨਾ। ਦੂਜੀ ਗੱਲ,
ਇਹ ਸੈਂਟਰ ਤਾਂ ਬਣ ਸਕਦੇ ਨੇ ਜਦੋਂ ਤੁਹਾਡੇ ਕੋਲ ਡਾਕਟਰਸ ਔਰ ਨਰਸਿਸ ਐਡੂਕੇਟ ਹੋਣ ਜਿਹੜੇ ਇਹਨਾਂ ਨੂੰ ਸੰਭਾਲ ਸਕਣ। ਸੋ ਇੱਕ ਤੇ ਜਿਹੜੇ ਡਾਕਟਰ ਸਾਡਾ ਚ ਸਪੋਰਟ ਕਰ ਸਕਦੇ, ਮੈਂ ਸਭ ਨੂੰ ਕਹੂੰਗਾ ਵੀਡੀਓ ਸਰਕੂਲੇਟ ਕਰੋ। ਮੇਰਾ ਨੰਬਰ 98 108 94333 98 108 94333 ਆ। ਮੈਨੂੰ WhatsApp ਕਰ ਸਕਦੇ ਜੇ। ਜਿਹੜੇ ਵੀ ਡਾਕਟਰ ਸਾਹਿਬ ਸਾਡੀ ਹੈਲਪ ਕਰਨਾ ਚਾਹੁੰਦੇ, ਨਰਸਿਸ ਵਿੱਚ ਆਉਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਪੇ ਵੀ ਕਰਾਂਗੇ ਔਰ ਅਸੀਂ ਚਾਹਾਂਗੇ ਕਿ ਸਾਡੀ ਇਸ ਅੰਦਰ ਹੈਲਪ ਕਰਨ। ਔਰ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਕਿ ਮੈਂ ਆਲਰੇਡੀ ਸਰਕਾਰ ਨਾਲ ਟੱਚ 'ਚ ਹਾਂ। ਮੈਂ ਚੀਫ ਸੈਕਟਰੀ ਸਾਹਿਬ ਨਾਲ ਵੀ ਇਸ ਤੇ ਗੱਲ ਕੀਤੀ ਆ। ਉਹਨਾਂ ਨੂੰ ਮੈਂ ਆਪਣੀ ਲੋਕੇਸ਼ਨਸ ਦੇ ਐਡਰੈਸ ਵੀ ਦਿੱਤੇ ਨੇ ਕਿ ਅਸੀਂ ਇੱਥੇ ਕੋਵਿਡ ਕੇਅਰ ਸੈਂਟਰ ਬਣਾਉਣਾ ਚਾਹੁੰਦੇ ਆ। ਔਰ ਮੈਂ ਦੁਬਾਰਾ ਤੋਂ ਦਿੱਲੀ ਸਰਕਾਰ ਦੇ ਡੀਸੀ ਸਾਹਿਬ ਨੂੰ, ਜਿਨ੍ਹਾਂ ਦੀ ਇਨਸਪੈਕਸ਼ਨ ਤੇ ਆਏ ਸੀਗੇ, ਜਿਨ੍ਹਾਂ ਨੇ ਰਿਜੈਕਟ ਕੀਤਾ ਸੀ ਸਾਡੀ ਪ੍ਰਪੋਜ਼ਲ ਨੂੰ, ਮੈਂ ਅੱਜ ਦੁਬਾਰਾ ਤੋਂ ਉਹਨਾਂ ਨੂੰ ਆਲਰੇਡੀ ਇਹ ਪ੍ਰਪੋਜ਼ਲ ਵਾਸਤੇ ਆਲਰੇਡੀ ਲਿਖ ਚੁੱਕਿਆ ਔਰ ਅੱਜ ਮੈਂ ਫੋਲੋ ਅਪ ਵੀ ਕੀਤਾ ਸੀਗਾ। ਔਰ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਮੰਡੇ ਖੁੱਲਣ ਤੋਂ ਬਾਅਦ ਉਹ ਸਾਰੀ ਦੁਬਾਰਾ ਤੋਂ ਇਨਸਪੈਕਸ਼ਨ ਕਰਕੇ ਇਸ ਦੇ ਬਾਰੇ ਦੱਸਣਗੇ। ਸੋ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ। ਜਿਸ ਤਰ੍ਹਾਂ ਲੰਗਰਾਂ ਦੀ ਸੇਵਾ ਚੱਲਦੀ ਪਈ ਆ, ਉਹ ਸੇਵਾ ਨਿਰੰਤਰ ਆਪ ਸਿੱਖਾਂ ਦੇ, ਆਪ ਸ਼ਰਧਾਲੂਆਂ ਦੇ, ਗੁਰੂ ਨਾਨਕ ਨਾਮ ਲੈਵਾ ਸੰਗਤ ਦੇ ਸੇਵਾ ਸਦਕੇ ਚੱਲਦੀ ਪਈ ਆ। ਮੈਂ ਸੰਗਤ ਨੂੰ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਹੈ, ਮੈਂ ਉਸ ਸੇਵਾ ਦਾ 1 ਰੁਪਿਆ ਵੀ ਜਿਹੜਾ ਹੈ ਉਹ ਮੇਰੀ ਹੈਸੀਅਤ ਨਹੀਂ ਹੈਗੀ ਕਿ ਜੇ ਕਿਸੇ ਨੇ ਲੰਗਰ ਵਾਸਤੇ ਸੇਵਾ ਭੇਜੀ ਆ ਜਾਂ ਰਸਦ ਭੇਜੀ ਆ ਤੇ ਮੈਂ ਉਸ ਨੂੰ ਡਿਵਰਟ ਕਰਕੇ ਕਿਸੇ ਹੋਰ ਕੰਮ ਚਲਾ ਦੇਵਾਂ। ਇਹ ਮੇਰੀ ਹੈਸੀਅਤ ਨਹੀਂ ਹੈਗੀ। ਨਾ ਹੀ ਕੋਈ ਕਦੀ ਪ੍ਰਧਾਨ ਐਸਾ ਕੰਮ ਕਰ ਸਕਦਾ ਹੈ। ਜਿਹੜੀ ਅੰਨ ਆਇਆ ਹੈ, ਜਿਹੜੀ ਰਸਦ ਆਈ ਆ, ਉਸ ਨੂੰ ਅਸੀਂ ਕਹੀਏ ਕਿ ਅਸੀਂ ਹੁਣ ਬਾਜ਼ਾਰ 'ਚ ਵੇਚ ਕੇ ਤੇ ਲੰਗਰ ਦੀ ਥਾਂ ਤੇ ਕੋਈ ਕੰਮ ਕਰਾਂਗੇ, ਨਹੀਂ। ਲੰਗਰ ਆਪਣੀ ਜਗ੍ਹਾ ਜ਼ਰੂਰੀ ਨੇ, ਉਹ ਵੀ ਅਸੀਂ ਕਰਨੇ ਆ। ਹੈਲਥ ਸਰਵਿਸਿਜ਼ ਆਪਣੀ ਜਗ੍ਹਾ ਜ਼ਰੂਰੀ ਹੈ, ਉਹ ਵੀ ਅਸੀਂ ਕੰਮ ਕਰਦੇ ਪਏ ਆ। ਸੋ ਪ੍ਰਮਾਤਮਾ ਸਾਨੂੰ ਹੋਰ ਬਲ ਬਖਸ਼ੇ, ਆਪਣੇ ਸਿੱਖਾਂ ਨੂੰ ਉਹ ਇਕਜੁੱਟ ਹੋ ਕੇ ਇਸ ਮਾਨਵਤਾ ਦੀ ਮਹਾਨ ਸੇਵਾ 'ਚ ਜਿਵੇਂ ਹੁਣ ਤੱਕ ਨਿਤਰੇ ਨੇ, ਅੱਗੇ ਵੀ ਨਿਤਰਨ ਦਾ ਮਾਲਕ ਹੀ ਬਲ ਬਖਸ਼ਣਗੇ। ਅਸੀਂ ਆਪਣੇ ਵੱਲੋਂ ਯੋਗ ਕਦਮ ਚੁੱਕਣ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਤੁਹਾਨੂੰ ਜ਼ਰੂਰ ਇਹ ਆਸ਼ਵਾਸਨ ਦਵਾਉਣਾ ਹੈ, ਇਹ ਇੱਕ ਬਹੁਤ ਵੱਡਾ ਕੰਮ ਆ। ਇਹ ਆਪਣੀ ਮਨਮਰਜ਼ੀ ਨਾਲ ਨਹੀਂ ਕੀਤਾ ਜਾ ਸਕਦਾ। ਕੋਈ ਪੇਸ਼ੈਂਟ ਨੂੰ ਪ੍ਰੋਬਲਮ ਵੱਧ ਗਈ, ਤੁਸੀਂ ਉਹਨੂੰ ਕਿੱਥੇ ਲੈ ਕੇ ਜਾਓਗੇ, ਹਾਹਾਕਾਰ ਮਚ ਜਾਊਗੀ। ਸੋ ਇਹ ਅਸੰਭਵ ਆ ਕਿ ਅਸੀਂ ਆਪਣੀ ਮਨਮਰਜ਼ੀ ਨਾਲ ਐਸਾ ਕੋਈ ਫੈਸਲਾ ਲਈਏ ਜਦੋਂ ਤੱਕ ਸਰਕਾਰ ਸਾਨੂੰ ਪਰਮਿਸ਼ਨ ਨਾ ਦੇਵੇ ਔਰ ਸਾਨੂੰ ਆਲਟਰਨੇਟਿਵ ਜਗ੍ਹਾ ਨਾ ਦੇਵੇ ਵੀ ਇਹ ਹਸਪੀਟਲ ਨਾਲ ਤੁਸੀਂ ਟਾਈ ਅਪ ਕਰਨਾ ਹੈ ਇਨ ਕੇਸ ਆਫ ਐਮਰਜੈਂਸੀ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਭਾਵਨਾ ਨੂੰ ਸਮਝੋਗੇ ਔਰ ਆਪਾਂ ਮਿਲ ਜੁਲ ਕੇ ਜਿਵੇਂ ਹੁਣ ਤੱਕ ਮਾਨਵਤਾ ਦੀ ਸੇਵਾ 'ਚ ਸਭ ਤੋਂ ਅੱਗੇ ਨਿਤਰੇ ਹਾਂ, ਫਿਰ ਨਿਤਰਦੇ ਰਹਾਂਗੇ। ਗੂੰਜਾ ਸਕਫਰ ਸੇ ਦੀਆਂ ਸਾਡੇ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ। ਮੈਨੂੰ ਦਿਓ ਇਜਾਜ਼ਤ। ਧੰਨਵਾਦ।